ਸਤਿ ਸ਼੍ਰੀ ਅਕਾਲ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਦਰਸ਼ਕਾਂ ਦੱਸਦੇ ਕਿ ਹੁਣ ਕਾਫੀ ਜ਼ਿਆਦਾ ਹੋਰ ਪਾਬੰਦੀਆਂ ਆ ਗਈਆਂ ਨੇ। ਜਿਵੇਂ ਕਿ ਪਹਿਲਾਂ ਹੀ ਕਿਹਾ ਜਾ ਰਿਹਾ ਸੀਗਾ ਕਿ 23 ਅਪ੍ਰੈਲ ਨੂੰ ਕੁਝ ਪਾਬੰਦੀਆਂ ਆਣਗੀਆਂ, ਉਹ ਪਾਬੰਦੀਆਂ ਹੁਣ BC ਵਾਸੀਆਂ ਲਈ ਵੀ ਹੈ। ਧਿਆਨ ਨਾਲ ਸੁਣਿਓ ਕਿਉਂਕਿ ਵਿਸਥਾਰ ਦੇ ਨਾਲ ਬੁਲੇਟਿਨ ਦੇ ਵਿੱਚ ਇਸ ਸੰਬੰਧੀ ਜਾਣਕਾਰੀ ਦਿੱਤੀ ਜਾਏਗੀ। ਫਿਲਹਾਲ ਨਜ਼ਰ ਪਾ ਲੈਂਦੇ ਹਾਂ ਹੈਡਲਾਈਨਸ ਤੇ। BC ਵਿੱਚ ਗੈਰ ਜ਼ਰੂਰੀ ਯਾਤਰਾ ਦੇ ਉੱਤੇ ਲੱਗੀ ਪਾਬੰਦੀ। ਪ੍ਰੀਮੀਅਰ ਡਗ ਫੋਰਡ ਨੇ ਕੋਵਿਡ ਸੰਬੰਧੀ ਦਿੱਤੀ ਜਾਣਕਾਰੀ। ਭਾਰਤ ਆਉਣ ਵਾਲੀਆਂ ਫਲਾਈਟਾਂ ਬੰਦ। ਖਬਰਾਂ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਦੱਸ ਦਈਏ ਕਿ ਕੋਵਿਡ ਦੀ ਸਮੱਸਿਆ ਦਿਨੋਂ ਦਿਨ ਗੰਭੀਰ ਹੋ ਰਹੀ ਹੈ ਤੇ ਇਸ ਦੇ ਉੱਤੇ ਕਾਬੂ ਪਾਉਣ ਦੇ ਲਈ ਸਰਕਾਰਾਂ ਆਪੋ ਆਪਣੇ ਪੱਧਰ ਦੇ ਉੱਤੇ ਕੋਸ਼ਿਸ਼ਾਂ ਕਰ ਰਹੀਆਂ ਨੇ। BC ਦੇ ਵਿੱਚ ਵੀ ਇਸ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਨੇ। ਸੂਬੇ ਦੀ ਸਿਹਤ ਅਧਿਕਾਰੀ ਡਾਕਟਰ ਬੌਨੀ ਹੈਨਰੀ ਦੀ ਸਲਾਹ ਦੇ ਉੱਤੇ ਮਿਨਿਸਟਰ ਆਫ ਪਬਲਿਕ ਸੇਫਟੀ ਤੇ ਸੋਲਿਸਿਟਰ ਜਨਰਲ ਮਾਈਕ ਫਰਨਵਰਥ ਨੇ ਲੋਕਾਂ ਦੇ ਗੈਰ ਜ਼ਰੂਰੀ ਸਫ਼ਰ ਨੂੰ ਬੰਦ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਸਿਰਫ ਜ਼ਰੂਰੀ ਕੰਮਾਂ ਲਈ ਹੀ ਬਾਹਰ ਜਾਇਆ ਜਾਏ। ਉਹਨਾਂ ਨੇ ਹੈਲਥ ਅਥਾਰਟੀਜ਼ ਦੀਆਂ ਹੱਦਾਂ ਨੂੰ ਆਧਾਰ ਬਣਾ ਕੇ ਸੂਬੇ ਨੂੰ 3 ਜ਼ੋਨਾਂ ਦੇ ਵਿੱਚ ਵੰਡਿਆ ਤੇ ਇਸ ਦੂਸਰੇ ਜ਼ੋਨ ਦੇ ਵਿੱਚ ਜਾਣ ਤੋਂ ਬਚਾਅ ਕਰਨ ਦੀ ਸਲਾਹ ਦਿੱਤੀ ਹੈ। ਇਹਨਾਂ ਜ਼ੋਨਾਂ ਦੇ ਵਿੱਚ ਪਹਿਲਾ ਜ਼ੋਨ ਲੋਅਰ ਮੇਨਲੈਂਡ ਤੇ ਫਰੇਜ਼ਰ ਵੈਲੀ ਹੈ, ਦੂਜਾ ਵੈਨਕੂਵਰ ਆਈਲੈਂਡ ਹੈ ਤੇ ਤੀਜਾ ਜ਼ੋਨ ਨਾਰਦਰਨ ਇੰਟੀਰੀਅਰ ਹੈ। ਭਾਵੇਂ ਕਿ ਕਾਨੂੰਨੀ ਤੌਰ ਦੇ ਉੱਤੇ ਇੱਕ ਜ਼ੋਨ ਤੋਂ ਦੂਜੇ ਜ਼ੋਨ ਦੇ ਵਿੱਚ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਜਾਣ ਤੋਂ ਮਨਾਹੀ ਕੀਤੀ ਗਈ ਹੈ, ਪਰ ਪਬਲਿਕ ਹੈਲਥ ਆਫਿਸਰ ਦੀਆਂ ਗਾਈਡਲਾਈਨਸ ਪਹਿਲਾਂ ਵਾਲੀਆਂ ਹੀ ਰਹਿਣਗੀਆਂ, ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਕਮਿਊਨਿਟੀ ਦੇ ਵਿੱਚ ਵੀ ਸਿਰਫ ਜ਼ਰੂਰੀ ਕੰਮ ਲਈ ਹੀ ਇੱਧਰ ਉੱਧਰ ਜਾਇਆ ਜਾਏ। ਇਹ ਹੁਕਮ 23 ਅਪ੍ਰੈਲ ਤੋਂ 25 ਮਈ ਤੱਕ ਲੌਂਗ ਵੀਕਐਂਡ ਤੱਕ ਜਾਰੀ ਰਹਿਣਗੇ ਤੇ ਇਹ ਸੂਬੇ ਦੇ ਵਿੱਚ ਹਰ ਇੱਕ ਦੇ ਉੱਤੇ ਲਾਗੂ ਹੋਣਗੇ ਤੇ ਸੂਬੇ ਦੇ ਬਾਹਰੋਂ ਆਏ ਵਿਅਕਤੀਆਂ ਦੇ ਉੱਪਰ ਵੀ ਲਾਗੂ ਹੋਣਗੇ। ਇਹ ਹੁਕਮ ਗੈਰ ਜ਼ਰੂਰੀ ਟਰੈਵਲ ਉੱਪਰ ਲਾਗੂ ਹੋਣਗੇ ਤੇ ਵਿਸ਼ੇਸ਼ ਹਾਲਾਤਾਂ ਜਿਵੇਂ ਕਿ ਕੰਮ ਉੱਤੇ ਜਾਣਾ ਹੈ, ਸਕੂਲ ਜਾਣਾ ਹੈ, ਸਿਹਤ ਦੀ ਸਹੂਲਤ ਦੇ ਲਈ ਜਾਣਾ ਹੈ, ਆਪਣੇ ਘਰ ਵਾਪਸ ਪਰਤਣਾ ਹੈ, ਚਾਈਲਡ ਕੇਅਰ ਦੇ ਲਈ ਜਾਣਾ ਹੈ, ਉੱਤੇ ਛੋਟ ਹੋਵੇਗੀ। BC ਦੇ ਵਿੱਚ ਯਾਤਰਾ ਦੇ ਉੱਤੇ ਲੱਗੀਆਂ ਇਹਨਾਂ ਪਾਬੰਦੀਆਂ ਨੂੰ ਲਾਗੂ ਕਰਨ ਦੇ ਲਈ BC ਸਰਕਾਰ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਤੇ ਇਨਫਰਾਸਟ੍ਰਕਚਰ ਦੇ ਨਾਲ ਹਾਈਵੇਜ਼ ਦੇ ਉੱਤੇ ਸਾਈਨ ਲਾਉਣ ਦੇ ਲਈ ਵੀ ਕੰਮ ਕਰ ਰਹੀ ਹੈ। ਇਸੇ ਤਰ੍ਹਾਂ BC ਫੈਰੀਜ਼ ਦੇ ਨਾਲ ਵੀ ਗੈਰ ਜ਼ਰੂਰੀ ਯਾਤਰਾਵਾਂ ਨੂੰ ਰੋਕਣ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਟੂਰਿਜ਼ਮ ਇੰਡਸਟਰੀ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਕਿਸੇ ਵੀ ਰੀਜਨਲ ਜ਼ੋਨ ਤੋਂ ਬਾਹਰ ਦੇ ਲੋਕਾਂ ਦੀ ਬੁਕਿੰਗ ਨਾ ਕਰਨ ਤੇ ਪਹਿਲੀਆਂ ਬੁਕਿੰਗਾਂ ਨੂੰ ਕੈਂਸਲ ਕਰ ਦੇਣ। ਇਸੇ ਤਰ੍ਹਾਂ BC ਪਾਰਕਾਂ ਦੇ ਵਿੱਚ ਵੀ ਲੋਕਾਂ ਨੂੰ ਨਵੀਆਂ ਪਾਬੰਦੀਆਂ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਜਿੱਥੇ ਕਿਤੇ ਵੀ ਪਹਿਲਾਂ ਬੁਕਿੰਗ ਕਰਵਾਈ ਹੈ ਉਸ ਨੂੰ ਰਿਫੰਡ ਕਰਨ ਦੇ ਲਈ ਕਿਹਾ ਜਾ ਰਿਹਾ ਹੈ। ਪੁਲਿਸ ਵਿਭਾਗ ਨੂੰ ਵੀ ਇਹਨਾਂ ਪਾਬੰਦੀਆਂ ਨੂੰ ਲਾਗੂ ਕਰਨ ਦੇ ਲਈ ਕਿਹਾ ਗਿਆ ਹੈ। ਇਹਨਾਂ ਹੁਕਮਾਂ ਦੀ ਪਾਲਣਾ ਨਾ ਕਰਨ ਤੇ ਬਿਨਾਂ ਜ਼ਰੂਰੀ ਕੰਮ ਤੋਂ ਜਾਣ ਕਾਰਨ $575 ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਓਨਟਾਰੀਓ ਦੇ ਅੰਦਰ ਕੋਵਿਡ-19 ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਨਟਾਰੀਓ ਦੇ ਅੰਦਰ ਕੋਵਿਡ-19 ਕਾਰਨ ਸਥਿਤੀ ਇਸ ਕਦਰ ਵਿਸਫੋਟਕ ਹੋ ਚੁੱਕੀ ਹੈ ਕਿ ਇੱਕ ਦਿਨ ਦੇ ਅੰਦਰ 15,000 ਕਰੋਨਾ ਦੇ ਕੇਸ ਰਿਪੋਰਟ ਕੀਤੇ ਜਾ ਰਹੇ ਨੇ। ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਇਸ ਨਾਜ਼ੁਕ ਸਮੇਂ ਦੇ ਵਿੱਚ ਪੇਡ ਸਿਕ ਲੀਵ ਤੇ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਕੋਵਿਡ-19 ਮਾਪਦੰਡਾਂ ਦੇ ਲਈ ਓਨਟਾਰੀਓ ਵਾਸੀਆਂ ਤੋਂ ਮਾਫੀ ਮੰਗੀ। Last Friday, in response to extremely troubling modeling that told us we could see well over 15,000 cases a day, we moved fast to put in measures in place to reduce mobility. But we moved too fast. And I know that some of those measures, especially around enforcement, they went too far. Simply put, we got it wrong. We made a mistake. These decisions, they left a lot of people very concerned. In fact, they left a lot of people angry and upset. I know we got it wrong. I know we made a mistake. And for that, I'm sorry and I sincerely apologize. Because as Premier, as I said right from the beginning, the buck stops with me. Again, I'm sorry and I apologize to each and every one of you. I'm sure that you may have noticed that I'm speaking to you today while in isolation. I experienced a workplace exposure
from a member of my team who, despite their best efforts, tested positive for COVID-19 earlier this week. And I assure you, it is not lost on me that, unlike many people, I'm able to isolate and continue working. For too many people right now, that's not the case. And during these unprecedented times, regardless of where you work or what you do, if you're forced to go into isolation or quarantine, your job should be safe. ਕੋਰੋਨਾ ਮਹਾਮਾਰੀ ਦੀ ਸਥਿਤੀ ਨੂੰ ਵੇਖਦਿਆਂ ਹੋਇਆਂ ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲ ਗਬਰਾ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਦੇ ਵਿੱਚ 30 ਦਿਨਾਂ ਦੇ ਲਈ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਵਪਾਰਕ ਤੇ ਯਾਤਰੀ ਉਡਾਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਹੈ ਕਿ ਕੌਮਾਂਤਰੀ ਯਾਤਰੀਆਂ ਦੇ ਲਈ ਕੈਨੇਡਾ ਦੇ ਅੰਦਰ 14 ਦਿਨਾਂ ਦਾ ਕੁਆਰੰਟਾਈਨ ਜ਼ਰੂਰੀ ਹੈ। The COVID-19 pandemic can change rapidly. New variants can spread even faster than before, and our health system is feeling more pressure than ever before. We've been saying for over a year, now is not the time to travel. Ce n'est pas le temps de voyager. Border restrictions can change at any time, and you can be stuck in another country. Our government continues to take unprecedented action to protect the health and safety of all Canadians by introducing measures to prevent COVID-19 and new variants of the virus from being introduced and spread in Canada. Canada currently has some of the strongest border restrictions in the world, with a strict 14-day quarantine, government-approved accommodation, a ban on foreign nationals except in narrow circumstances, and pre-border test and testing after arrival. Today, due to the continued spread of variants of concern, I am announcing new rules for some international travel. In addition to the multi-layered approach on COVID-19 already in place, given the higher number of cases of COVID-19 detected in air passengers arriving in Canada from India and Pakistan, Transport Canada is issuing a notice to airmen, or NOTAM, to halt direct passenger air traffic from those countries, effective 11:30 p.m. Eastern Time tonight. I am suspending all commercial and private passenger flights arriving in Canada from India and Pakistan for 30 days. Cargo flights will be allowed to ensure the continued supply of vaccines, PPE, and other essential goods. This is a temporary measure while we assess the evolving situation and determine appropriate measures going forward. In addition, passengers who depart from India or Pakistan to Canada via an indirect route after 11:30 p.m. Eastern tonight will need to obtain a negative COVID-19 pre-departure test. ਫਿਲਹਾਲ ਸਮਾਂ ਹੋ ਚੱਲਿਆ ਤੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਣ ਦਾ। ਜਲਦ ਹਾਜ਼ਰ ਹੁੰਦੇ ਹਾਂ ਕੁਝ ਹੋਰ ਖਾਸ ਖਬਰਾਂ ਦੇ ਨਾਲ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਇਹ ਵਾਅਦਾ ਕੀਤਾ ਗਿਆ ਹੈ ਕਿ ਕੈਨੇਡਾ ਅਗਲੇ ਦਹਾਕੇ ਦੇ ਅੰਦਰ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ਨੂੰ 40 ਤੋਂ 45% ਘੱਟ ਕਰੇਗਾ। ਇਹ ਟੀਚਾ ਕੈਨੇਡਾ ਦੇ ਨੇੜਲੇ ਭਾਈਵਾਲ ਤੋਂ ਬਹੁਤ ਘੱਟ ਤਾਂਗਵਾਨ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਆਪਣੇ ਇਸ ਟੀਚੇ ਯਾਨੀ 2030 ਤੱਕ ਮੌਜੂਦਾ ਮਾਪਦੰਡਾਂ ਤੱਕ ਪ੍ਰਾਪਤ ਕਰ ਲੈਣਗੇ ਤੇ ਪੈਰਿਸ ਸਮਝੌਤੇ ਤਹਿਤ ਕੈਨੇਡਾ ਦੇ ਵੱਲੋਂ ਜਿਹੜਾ 30% ਦਾ ਟੀਚਾ ਪੂਰਾ ਕਰਨ ਦੀ ਕੈਨੇਡਾ ਵੱਲੋਂ ਸਹਿਮਤੀ ਦਿੱਤੀ ਗਈ ਸੀ ਉਸ ਨੂੰ ਵੀ ਪੂਰਾ ਕੀਤਾ ਜਾਏਗਾ। ਟਰੂਡੋ ਨੇ ਇਹ ਐਲਾਨ ਅਮਰੀਕਾ ਤੇ ਰਾਸ਼ਟਰਪਤੀ ਜੋ ਬਾਈਡਨ ਦੀ ਅਗਵਾਈ ਦੇ ਵਿੱਚ ਵਿਸ਼ਵ ਆਗੂਆਂ ਦੀ ਹੋਈ ਵਰਚੁਅਲ ਕਲਾਈਮੇਟ ਸਿਖਰ ਵਾਰਤਾ ਦੇ ਵਿੱਚ ਕੀਤਾ। ਇਸ ਦੌਰਾਨ ਬਾਈਡਨ ਨੇ 2030 ਤੱਕ ਆਪਣੇ ਦੇਸ਼ ਦੇ ਵਿੱਚ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ਨੂੰ 50 ਤੋਂ 52% ਤੱਕ ਘਟਾਉਣ ਦਾ ਤਹੱਈਆ ਪ੍ਰਗਟਾਇਆ। ਆਪਣੇ ਸੰਬੋਧਨ ਦੇ ਵਿੱਚ ਪ੍ਰਧਾਨ ਮੰਤਰੀ ਨੇ ਆਖਿਆ ਕਿ ਇਸ ਸਮੇਂ ਉਹਨਾਂ ਦੀ ਮੁੱਖ ਤਰਜੀਹ ਨੋਵਲ ਕਰੋਨਾ ਵਾਇਰਸ ਦੇ ਨਾਲ ਲੜਨਾ ਹੀ ਹੈ, ਪਰ ਸਾਇੰਸ ਦਾ ਕਹਿਣਾ ਹੈ ਕਿ ਕਲਾਈਮੇਟ ਚੇਂਜ ਮਨੁੱਖੀ ਹੋਂਦ ਲਈ ਖਤਰਾ ਹੈ। ਇਸ ਸਿਖਰ ਵਾਰਤਾ ਦੇ ਵਿੱਚ ਚੀਨ, ਭਾਰਤ, ਯੂਨਾਈਟਿਡ ਕਿੰਗਡਮ ਤੇ ਜਾਪਾਨ ਦੇ ਆਗੂਆਂ ਨੇ ਵੀ शिरकत की। ट्रूडो ने फ्रेंच में आख्या कि सासी क्लाइमेट नीतियां के कारण ही सासी नतीजे मिलते हैं। जिते अगे देखते हैं एडमिंटन तो कुलमीत सिंह संघा की एक खास अपडेट। चैनल पंजाबी वेख रहे समूह दर्शकों को कुलमीत सिंह वालों निੱਘੀ जी आया। वाहिगुरू जी का खालसा, वाहिगुरू जी की फतेह। एडमिंटन शहर तो कुछ खबरां लैके तुहाडे लई हाज़र होया जी। एक तो ਅਲਬਰਟਾ ਦੇ ਵਿੱਚ ਵੀ कोविड-19 ਦਾ ਉਹ ਕੇਸ ਕਨਫਰਮ ਹੋ ਗਿਆ ਜੀ। ਉਹ ਵੇਰੀਐਂਟ ਕਨਫਰਮ ਹੋ ਗਿਆ ਜਿਹੜਾ ਭਾਰਤ ਵਰਸ਼ ਦੇ ਵਿੱਚ ਜਿਹਨੇ ਕਹਿਰ ਮਚਾਇਆ ਹੋਇਆ ਹੈ। ਜੀ ਹਾਂ, ਅਲਬਰਟਾ
ਡਾਕਟਰ ਡੀਨਾ ਹਿੰਸ਼ਾ ਹੋਰਾਂ ਨੇ ਦੱਸਿਆ ਕਿ ਇਹ ਸੂਬੇ ਦੇ ਵਿੱਚ 1857 ਨਵੇਂ ਕੇਸ ਆ ਗਏ ਨੇ ਔਰ 1326 ਜਿਹੜੇ ਨੇ ਵੱਖਰੇ ਵੱਖਰੇ ਵੇਰੀਐਂਟਸ ਆਫ ਕੰਸਰਨ ਜਿਹੜੇ ਨੇ ਉਹਨਾਂ ਦੇ ਨੇ। ਔਰ ਇਹ ਜਿਹੜਾ B1617 ਵੇਰੀਐਂਟ ਹੈਗਾ ਜੀ, ਇਹ ਭਾਰਤ ਵਰਸ਼ ਵਾਲਾ ਆ। ਪਹਿਲਾਂ ਇਹ ਡੈਨਮਾਰਕ ਦੇ ਵਿੱਚ ਪਹਿਲਾਂ ਪਾਇਆ ਗਿਆ ਸੀ ਜੀ, ਅਤੇ ਉਸ ਤੋਂ ਬਾਅਦ ਇਹ ਭਾਰਤ ਦੇ ਵਿੱਚ ਇਹਦੇ ਜਿਹੜੇ ਜੀ ਹੁਣ ਆਪਾਂ ਦੇਖ ਰਹੇ ਹਾਂ ਵੀ ਬਹੁਤ ਜ਼ਿਆਦਾ ਗਿਣਤੀ ਜਿਹੜੀ ਕੇਸਾਂ ਦੀ ਵੱਧ ਰਹੀ ਹੈਗੀ ਆ। ਔਰ ਇੱਕ ਕੇਸ ਇਹਦਾ ਕੈਲੀਫੋਰਨੀਆ ਵਿੱਚ ਵੀ ਪਾਇਆ ਗਿਆ ਸੀਗਾ, ਪਰ ਹੁਣ ਇਹਨੇ ਭਾਰਤ ਦੇ ਵਿੱਚ ਬੜਾ ਹੰਗਾਮਾ ਇਸ ਕੇਸ ਨੇ ਕੀਤਾ ਹੋਇਆ ਜੀ। ਪਰ ਨਾਲ ਦੀ ਨਾਲ ਜਿਹੜਾ ਅਲਬਰਟਾ ਦੇ ਵਿੱਚ ਇਹ ਕੇਸ ਆਇਆ, ਉਹ ਦੱਸਿਆ ਜਾ ਰਿਹਾ ਕੋਈ ਇੰਟਰ ਪ੍ਰੋਵਿੰਸ਼ੀਅਲ ਟਰੈਵਲਰ ਜਿਹੜਾ ਉਹ ਲੈ ਕੇ ਆਇਆ, ਪਰ ਇੱਕੋ ਕੇਸ ਹੀ ਹੈ। ਡਾਕਟਰ ਡੀਨਾ ਹਿੰਸ਼ਾ ਨੇ ਕਿਹਾ ਕਿ ਹੋਰ ਕੋਈ ਵੀ ਕੇਸ ਜਿਹੜਾ ਇਹ ਇੱਥੇ ਸਾਹਮਣੇ ਨਹੀਂ ਆਇਆ, ਸਿਰਫ ਇੱਕ ਹੀ ਕੇਸ ਹੈ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਇਹਦੇ ਬਾਰੇ ਹੋਰ ਜਾਣਕਾਰੀ ਦਿਓ, ਤਾਂ ਉਹ ਕਹਿੰਦੇ ਜੀ ਵੀ ਇਹ ਜਿਹੜਾ ਵੇਰੀਐਂਟ ਹੈਗਾ, ਇਹ ਸਾਡੇ ਲਈ ਮਤਲਬ ਇੱਕ ਕਿਸਮ ਦਾ ਹੈਗਾ ਇੰਟਰਸਟ ਹੈ ਇਹਦੇ ਵਿੱਚ, ਕਿਉਂਕਿ ਜ਼ਿਆਦਾ ਜਾਣਕਾਰੀ ਨਹੀਂ ਹੈ ਇਹਦੇ ਬਾਰੇ ਵੀ ਉਹ ਜਿਹੜੀ ਕਿਉਂਕਿ ਇਹਦਾ ਜਿਹੜਾ ਫੈਲਾਅ ਹੋ ਰਿਹਾ ਉਹ ਬਹੁਤ ਤੇਜ਼ੀ ਦੇ ਨਾਲ ਹੋ ਰਿਹਾ, ਉਹਦੇ ਬਾਰੇ ਸਾਰੇ ਜਿਹੜਾ ਡਾਟਾ ਹੈਗਾ ਉਹ ਕਹਿੰਦੇ ਭਾਰਤ ਵਰਸ਼ ਤੋਂ ਹਜੇ ਉਹਨਾਂ ਨੂੰ ਮਿਲਿਆ ਨਹੀਂ ਹੈ, ਔਰ ਇੱਥੇ ਉਹਦੇ ਬਾਰੇ ਹਜੇ ਜਾਣਕਾਰੀ ਪੂਰੀ ਦੀ ਪੂਰੀ ਨਹੀਂ ਹੈ, ਪਰ ਉਹਦੇ 'ਤੇ ਲੱਗੇ ਹੋਏ ਜ਼ਰੂਰ ਨੇ। ਇੱਕ ਜਿਹੜਾ ਉਹਨਾਂ ਨੇ ਫਿਰ ਐਮਫੈਸਿਸ ਕੀਤਾ ਜੀ ਡਾਕਟਰ ਡੀਨਾ ਹਿੰਸ਼ਾ ਹੋਰਾਂ ਨੇ, ਜਿਸ ਗੱਲ 'ਤੇ ਜ਼ੋਰ ਪਾ ਕੇ ਕਹਿ ਰਹੇ ਨੇ ਲੋਕਾਂ ਨੂੰ ਵੀ ਜਿਹੜਾ ਕੰਮ ਆਪਾਂ ਪਿਛਲੇ ਸਾਲ ਤੋਂ ਕਰਦੇ ਆ ਰਹੇ ਹਾਂ, ਯਾਨੀ ਕਿ ਸੋਸ਼ਲ ਡਿਸਟੈਂਸਿੰਗ ਬਣਾਏ ਰੱਖਣਾ, ਹੱਥ ਸਾਫ਼ ਕਰਨੇ ਆਪਣੇ ਜਿਹੜੇ ਆ, ਸੈਨੀਟਾਈਜ਼ ਕਰਨਾ, ਮਾਸਕ ਪਾਉਣਾ, ਅਗਰ ਤੁਸੀਂ ਬਿਮਾਰ ਆ ਅਤੇ ਘਰੋਂ ਬਾਹਰ ਨਹੀਂ ਜਾਣਾ। ਉਹ ਕਹਿੰਦੇ ਵੀ ਇਸ ਤਰ੍ਹਾਂ ਕਰਨ ਦੇ ਨਾਲ ਅਸੀਂ ਇੱਕ ਕਿਸਮ ਦੀ ਇੱਕ ਬਚਾਅ ਵਾਲੀ ਕੰਧ ਜਿਹੜੀ ਆ ਉਹ ਕ੍ਰੀਏਟ ਕਰ ਸਕਦੇ ਹਾਂ। ਜਿਹੜੇ 1 ਸਾਲ ਹੋ ਗਿਆ ਆਪਾਂ ਨੂੰ ਇਸ ਗੱਲਬਾਤ ਦੇ ਉੱਤੇ ਕੰਮ ਕਰਦਿਆਂ ਨੂੰ, ਅਤੇ ਹੁਣ ਨੂੰ ਉਹ ਜਿਹੜੀ ਕੰਧ ਆ ਉਹ ਬਣ ਜਾਣੀ ਚਾਹੀਦੀ ਸੀ। ਫਿਰ ਵੀ ਲਾਪਰਵਾਹੀ ਕਰਕੇ ਅਗਰ ਕੁਝ ਗੱਲਾਂ ਵਾਪਰਦੀਆਂ ਨੇ ਤਾਂ ਉਹਨਾਂ ਤੋਂ ਬਚਾਅ ਕਰਨ ਲਈ ਉਹ ਕਹਿੰਦੇ ਵੀ ਇਹ ਹੀ ਮੇਜਰ ਨੇ, ਸਾਨੂੰ ਫਿਰ ਸਾਰਿਆਂ ਨੂੰ ਇਹਨਾਂ ਨੂੰ ਜਿਹੜੀ ਆ ਤਰਜੀਹ ਦੇਣੀ ਪਏਗੀ ਔਰ ਇਹਦੇ 'ਤੇ ਕੰਮ ਕਰਨਾ ਪਏਗਾ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਜਿਹੜੇ ਇਹ ਵੇਰੀਐਂਟ ਆ ਜਿਹੜਾ ਭਾਰਤ ਵਰਸ਼ ਵਾਲਾ, ਵੀ ਇਹਦਾ ਵੈਕਸੀਨ 'ਤੇ ਕਿਸ ਤਰ੍ਹਾਂ ਦਾ ਅਸਰ ਹੈ, ਵੀ ਮਤਲਬ ਜੇ ਕਿਸੇ ਦੀ ਵੈਕਸੀਨ ਲਵਾਈ ਹੋਵੇ, ਤਾਂ ਉਹ ਕਹਿੰਦੇ ਜੀ ਵੀ ਹਜੇ ਉਹਦੀ ਪੂਰੀ ਜਾਣਕਾਰੀ ਨਹੀਂ ਹੈ, ਪਰ ਇੱਕ ਗੱਲ ਜ਼ਰੂਰ ਆਈ ਆ, ਉਹ ਕਹਿੰਦੇ ਵੀ ਇਹਦੇ ਨਾਲ ਉਹਦਾ ਜਿਹੜਾ ਵੈਕਸੀਨ ਦਾ ਬਚਾਅ ਕਰਨ ਦਾ ਉਹ ਥੋੜ੍ਹਾ ਘੱਟ ਜ਼ਰੂਰ ਹੁੰਦਾ ਆ, ਪਰ ਪੂਰੀ ਤਰ੍ਹਾਂ ਦੇ ਨਾਲ ਉਹ ਜਿਹੜਾ ਜੀ ਉਹਨੂੰ ਰੋਕ ਨਹੀਂ ਸਕਦੀ ਵੈਕਸੀਨ, ਮਤਲਬ ਇਹ ਗੱਲ ਸਾਹਮਣੇ ਆਈ ਆ। ਪਰ ਹਜੇ ਉਹਦੇ 'ਤੇ ਉਹ ਜਿਵੇਂ ਪਹਿਲਾਂ ਉਹਨਾਂ ਨੇ ਕਿਹਾ ਵੀ ਇਟ ਇਜ਼ ਦਿਸ ਵੇਰੀਐਂਟ ਇਜ਼ ਆਫ ਇੰਟਰਸਟ, ਇਸੇ ਤਰ੍ਹਾਂ ਹੀ ਆਪਣੇ ਫੈਡਰਲ ਜਿਹੜੇ ਹੈ ਨੇ ਜੀ ਡਾਕਟਰ, ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਸਾਡੇ ਜਿਹੜਾ ਵੇਰੀਐਂਟ ਆ ਇਟ ਇਜ਼ ਆਫ ਇੰਟਰਸਟ। ਸੋ ਇਹਦੇ 'ਤੇ ਖੋਜ ਕੀਤੀ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ। ਪਰ ਜਿਹੜਾ ਮਾਸਕ ਪਾਉਣਾ, ਸੈਨੀਟਾਈਜ਼ ਕਰਨਾ, ਡਿਸਟੈਂਸ ਬਣਾ ਕੇ ਰੱਖਣਾ, ਉਹ ਬਿਲਕੁਲ ਸਾਨੂੰ ਹਜੇ ਵੀ ਉਹ ਜਿਹੜੇ ਗਾਈਡਲਾਈਨਸ ਹੈਗੀਆਂ ਉਹ ਫਾਲੋ ਕਰਨੀਆਂ ਚਾਹੀਦੀਆਂ ਨੇ। ਔਰ ਦੂਸਰੀ ਖਬਰ ਜਿਹੜੀ ਇੱਕ ਆਈ ਹੈ ਜੀ, ਉਹ ਅਲਬਰਟਾ ਲੈਜਿਸਲੇਚਰ ਦੇ ਵਿੱਚ ਇੱਕ ਪ੍ਰਾਈਵੇਟ ਮੈਂਬਰਸ ਦਾ ਬਿੱਲ ਪੇਸ਼ ਕੀਤਾ ਗਿਆ, ਔਰ ਉਹ ਜਿਹੜਾ ਬਿੱਲ ਆ ਉਹ ਹੈਗਾ ਜੀ ਵੀ ਇੱਕ ਅਜਿਹਾ ਲੈਜਿਸਲੇਸ਼ਨ ਜਿਹੜਾ ਉਹਨਾਂ ਕੰਟੀਨਿਊਇੰਗ ਕੇਅਰ ਹੋਮਸ ਦਾ ਬਚਾਅ ਕਰੇਗਾ ਜਿਨ੍ਹਾਂ 'ਤੇ ਕੋਵਿਡ-19 ਦੇ ਜਿਹੜੇ ਲਾਸੂਟ ਲੋਕ ਕਰ ਰਹੇ ਨੇ, ਪਰ ਜਿਨ੍ਹਾਂ ਦੇ ਬਜ਼ੁਰਗ ਮਾਈ ਬਾਪ ਜਾਂ ਕੋਈ ਹੋਰ ਰਿਸ਼ਤੇਦਾਰ ਪਿਆਰਾ ਉਹਨਾਂ ਦਾ ਉੱਥੇ ਲਾਪਰਵਾਹੀ ਕਾਰਨ ਉਹਨਾਂ ਕੇਅਰ ਹੋਮਸ ਹੀ ਕਰਕੇ ਮਾਰਿਆ ਗਿਆ, ਅਤੇ ਕੁਝ ਲੋਕ ਮਤਲਬ ਜਿਨ੍ਹਾਂ ਨੇ ਪਹਿਲਾਂ ਸੂਹ ਕੀਤਾ ਹੋਇਆ ਔਰ ਉਹ ਕੇਸਿਸ ਕੋਰਟਸ ਦੇ ਵਿੱਚ ਹੈ ਨੇ। ਪਰ ਇਹ ਜਿਹੜਾ ਬਿੱਲ ਲਿਆਂਦਾ ਗਿਆ ਪ੍ਰਾਈਵੇਟ ਮੈਂਬਰਸ ਬਿੱਲ, ਇਹ ਬਿੱਲ ਇਸ ਕਰਕੇ ਲਿਆਂਦਾ ਗਿਆ ਵੀ ਲੋਕੀ ਉਹਨਾਂ ਕੇਅਰ ਹੋਮਸ ਵਾਲਿਆਂ ਨੂੰ ਸੂਹ ਨਾ ਕਰ ਸਕਣ। ਜੀ ਹਾਂ, ਉਹਨਾਂ ਦੇ ਬਚਾਅ ਲਈ ਇੱਕ ਕਿਸਮ ਦਾ ਇਹ ਬਿੱਲ ਲਿਆਂਦਾ ਗਿਆ, ਔਰ ਉਸ ਮੈਂਬਰ ਦਾ ਇਹ ਕਹਿਣਾ ਆ ਵੀ ਜੇ ਉਹ ਲੋਕ ਜਾਂ ਇਹ ਇੰਡਸਟਰੀ ਜਿਹੜੀ ਹੈਗੀ ਆ, ਉਹ ਕਹਿੰਦੇ ਜੀ ਬਿਲਕੁਲ ਡੈਸੀਮੇਟ ਹੋ ਜਾਏਗੀ ਜੇ ਲੋਕਾਂ ਨੇ ਉਹਨਾਂ ਨੂੰ
ਸੂ ਕਰ ਦਿੱਤਾ। ਸੋ ਉਹਨਾਂ ਨੇ ਉਹਦੇ ਵਿੱਚ ਇੱਕ ਅਜਿਹੀ ਸ਼ਬਦਾਵਲੀ ਲਿਆਂਦੀ ਆ ਭਈ ਜਿਹਦੇ 'ਚ ਜਿਹੜਾ ਕੇਸ ਕਰਨ ਵਾਲਾ ਵਿਅਕਤੀ ਆ ਉਹਨੂੰ ਇਹ ਪ੍ਰੂਵ ਕਰਨਾ ਪਏਗਾ ਕਿ ਗਰੋਸ ਨੈਗਲੀਜੈਂਸ ਰਹੀ ਆ ਉਹਨਾਂ ਕੇਅਰ ਹੋਮਸ ਵਾਲਿਆਂ ਦੀ। ਔਰ ਵਕੀਲਾਂ ਦਾ ਕਹਿਣਾ ਕਿ ਉਹ ਜਿਹੜਾ ਗਰੋਸ ਨੈਗਲੀਜੈਂਸ ਵਾਲੀ ਗੱਲ ਪਾ ਰਹੇ ਨੇ ਉਹਨੂੰ ਪ੍ਰੂਵ ਕਰਨਾ ਕੋਰਟ ਦੇ ਵਿੱਚ ਬਹੁਤ ਔਖਾ ਹੋ ਜਾਂਦਾ। ਔਰ ਵਕੀਲਾਂ ਨੇ ਤਾਂ ਜੀ ਇੱਥੋਂ ਤੱਕ ਕਹਿ ਦਿੱਤਾ, ਉਹ ਕਹਿੰਦੇ ਵੀ ਇਹ ਜਿਹੜਾ ਬਿੱਲ ਆ ਇਟਸ ਏ ਸਿਕਨਿੰਗ, ਜਿੱਥੇ ਉਹ ਕਹਿੰਦੇ ਵੀ ਲੋਕਾਂ ਨੂੰ ਜਸਟਿਸ ਜਾਂ ਜਿਹੜੇ ਸੀਨੀਅਰਸ ਆ ਉਹਨਾਂ ਨੂੰ ਬਣਦਾ ਉਹਨਾਂ ਦਾ ਮਾਣ ਸਤਿਕਾਰ ਨਹੀਂ, ਸਗੋਂ ਇਹਨਾਂ ਕੰਪਨੀਆਂ ਦੀ ਦੇਖ ਰੇਖ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਉਹ ਸੂ ਨਾ ਕਰ ਸਕਣ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮੰਟਨ। ਬੁਲੇਟਿਨ ਦੇ ਅਖੀਰ ਦੇ ਵਿੱਚ ਗੱਲ ਅੱਜ ਦੀ ਦੋਸਤੋ, ਅੱਜ ਦੀ ਗੱਲ ਕੋਵਿਡ ਦੀ ਵੈਕਸੀਨ ਬਾਰੇ। ਕੈਨੇਡਾ ਕੋਵਿਡ ਦੀ ਵੈਕਸੀਨ ਆਪ ਨਹੀਂ ਬਣਾ ਰਿਹਾ, ਸਾਰੀ ਦੀ ਸਾਰੀ ਵੈਕਸੀਨ ਬਾਹਰਲੇ ਵੱਖ-ਵੱਖ ਦੇਸ਼ਾਂ ਤੋਂ ਆ ਰਹੀ ਹੈ। ਇਹਦੇ ਵਿੱਚ ਇੱਕ ਵੱਡਾ ਹਿੱਸਾ ਇੰਡੀਆ ਤੋਂ ਐਸਟਰਾਜ਼ੈਨੇਕਾ ਵੈਕਸੀਨ ਦਾ ਸੀ। ਅੱਜ ਦੀ ਗੱਲ ਇਹ ਆ ਕਿ ਉਹ ਵੈਕਸੀਨ ਜਿਹੜੀ ਇਸ ਮਹੀਨੇ ਦੇ ਆਖਰ ਵਿੱਚ ਪਹੁੰਚਣੀ ਸੀ ਉਹ ਨਹੀਂ ਪਹੁੰਚ ਰਹੀ, ਕਿਉਂਕਿ ਇੰਡੀਆ ਆਪਣੇ ਆਪ ਇਸ ਵੇਲੇ ਕੋਵਿਡ ਦੀ ਤੀਜੀ ਵੇਵ ਦੇ ਨਾਲ ਲੜ ਰਿਹਾ। ਬਹੁਤ ਸਾਰੀਆਂ ਟਰਾਂਸਪੋਰਟੇਸ਼ਨ ਦੀਆਂ ਬਹੁਤ ਸਾਰੀਆਂ ਦੂਜੀਆਂ ਸਮੱਸਿਆਵਾਂ ਆਈਆਂ ਆ। ਅੱਜ ਅਧਿਕਾਰੀਆਂ ਨੇ ਕੈਨੇਡਾ ਦੇ ਵਿੱਚ ਇਹ ਦੱਸਿਆ ਕਿ 1.5 ਮਿਲੀਅਨ ਡੋਜ਼ਸ ਐਸਟਰਾਜ਼ੈਨੇਕਾ ਵੈਕਸੀਨ ਦੀਆਂ ਜਿਹੜੀਆਂ ਆਉਣੀਆਂ ਸੀ ਕੈਨੇਡਾ ਦੇ ਵਿੱਚ ਇਸ ਮਹੀਨੇ ਦੇ ਆਖਰ ਵਿੱਚ ਉਹ ਨਹੀਂ ਆ ਰਹੀਆਂ। ਇੰਡੀਆ ਦਾ ਸੀਰਮ ਇੰਸਟੀਚਿਊਟ ਉਹਨਾਂ ਦੇ ਨਾਲ ਕੰਟਰੈਕਟ ਸਾਈਨ ਹੋਇਆ ਸੀ ਕੈਨੇਡਾ ਦਾ ਇਸ ਸਾਲ ਦੇ ਸ਼ੁਰੂ ਵਿੱਚ ਕਿ 2 ਮਿਲੀਅਨ ਡੋਜ਼ਸ ਜਿਹੜੀਆਂ ਐਸਟਰਾਜ਼ੈਨੇਕਾ ਦੀਆਂ ਕੈਨੇਡਾ ਦੇ ਵਿੱਚ ਪਹੁੰਚਣਗੀਆਂ। 5 ਲੱਖ ਡੋਜ਼ਸ ਮਾਰਚ ਦੇ ਵਿੱਚ ਆਈਆਂ ਸੀ। ਅਗਲੀ ਜਿਹੜੀ ਸ਼ਿਪਮੈਂਟ ਆ ਉਹ ਇਸ ਅਪ੍ਰੈਲ ਦੇ ਵਿੱਚ ਆਉਣੀ ਸੀ ਤੇ ਬਾਕੀ ਜਿਹੜੀਆਂ ਰਹਿੰਦੀਆਂ ਖੁਰਾਕਾਂ ਸੀ ਉਹ ਮਈ ਦੇ ਵਿੱਚ ਆਉਣੀਆਂ ਸੀ। ਅੱਜ ਪਬਲਿਕ ਸਰਵਿਸ ਤੇ ਪ੍ਰੋਕਿਊਰਮੈਂਟ ਕੈਨੇਡਾ ਦੇ ਡਾਇਰੈਕਟਰ ਜਨਰਲ ਨੇ ਕਿਹਾ ਆ ਕਿ ਹੁਣ ਉਹ ਸਾਰੀ ਦੀ ਸਾਰੀ ਸ਼ਿਪਮੈਂਟ ਡਿਲੇ ਹੋ ਗਈ ਆ। ਕੰਪਨੀ ਅਜੇ ਤੱਕ ਇਹ ਕਹਿ ਰਹੀ ਆ ਕਿ ਅਸੀਂ ਆਪਣਾ ਵਾਅਦਾ ਪੂਰਾ ਜ਼ਰੂਰ ਕਰਾਂਗੇ, ਪਰ ਅਜੇ ਨਹੀਂ। ਔਰ ਆਸ ਕੀਤੀ ਜਾ ਰਹੀ ਆ ਕਿ ਜੂਨ ਤੱਕ ਇਹ ਗੱਲਬਾਤ ਜਾ ਸਕਦੀ ਆ। ਐਂਡ ਆਫ ਜੂਨ ਤੱਕ ਜਿਹੜੀ ਵੈਕਸੀਨ ਅਪ੍ਰੈਲ ਦੇ ਆਖਰ ਵਿੱਚ ਆਉਣੀ ਸੀ ਉਹ ਜੂਨ ਦੇ ਆਖਰ ਵਿੱਚ ਪਹੁੰਚਣ ਦੀ ਆਸ ਆ। ਇਹਦੇ ਨਾਲ ਕੁਦਰਤੀ ਕਿਤੇ ਨਾ ਕਿਤੇ ਇਸ ਵੇਲੇ ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਪ੍ਰੋਗਰਾਮ ਦੇ ਉੱਤੇ ਅਸਰ ਪਊਗਾ। ਇੰਡੀਆ ਦੇ ਵਿੱਚ ਹੋਇਆ ਕੀ ਆ ਕਿ ਜਿਹੜੀ 1 ਮਹੀਨਾ ਪਹਿਲਾਂ ਉੱਥੇ ਇੱਕ ਦਿਨ ਦੇ ਵਿੱਚ 40,000 ਨਵਾਂ ਮਰੀਜ਼ ਆਉਂਦਾ ਸੀ, ਉਹ ਇੱਕਦਮ ਵੱਧ ਕੇ 3,40,000 ਦੇ ਨੇੜੇ ਚਲੇ ਗਿਆ। 3 ਲੱਖ ਤੋਂ ਟੱਪ ਗਿਆ ਇੱਕ ਦਿਨ ਦੇ ਵਿੱਚ। ਕੱਲ੍ਹ ਵੀ ਉੱਥੇ 3 ਲੱਖ ਤੋਂ ਜ਼ਿਆਦਾ ਮਰੀਜ਼ ਆਏ ਆ। ਹਸਪੀਟਲਸ ਦੇ ਵਿੱਚ ਉਹ ਸਟਰਗਲ ਕਰ ਰਹੇ ਆ ਆਕਸੀਜਨ ਦੀ ਡਿਮਾਂਡ ਦੇ ਨਾਲ। ਕਈ ਤਰ੍ਹਾਂ ਦੀਆਂ ਉਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਆਈਆਂ। ਆਬਾਦੀ ਬਹੁਤ ਜ਼ਿਆਦਾ ਆ, 1.3 ਬਿਲੀਅਨ ਲੋਕ ਆ ਇੰਡੀਆ ਦੇ ਵਿੱਚ, ਤੇ ਉੱਥੇ ਇੰਨੇ ਜ਼ਿਆਦਾ ਕੇਸਿਸ ਆਉਣੇ, ਕੁਦਰਤੀ ਤੌਰ 'ਤੇ ਬਾਹਰ ਜਿਹੜੀ ਉਹਨਾਂ ਨੇ ਫਿਰ ਵੈਕਸੀਨੇਸ਼ਨ ਦੀ ਸਪਲਾਈ ਦੇਣੀ ਸੀ ਉਹਦੇ ਉੱਤੇ ਅਸਰ ਪੈਣਾ ਸੀ, ਜਿਹਦਾ ਕਿ ਕੈਨੇਡਾ ਦੇ ਉੱਤੇ ਵੀ ਪਿਆ। ਕੈਨੇਡਾ ਨੂੰ ਹੁਣ ਤੱਕ 2.3 ਮਿਲੀਅਨ ਡੋਜ਼ਸ ਜਿਹੜੀਆਂ ਐਸਟਰਾਜ਼ੈਨੇਕਾ ਵੈਕਸੀਨ ਦੀਆਂ ਮਿਲੀਆਂ ਆ। ਪਹਿਲੀ ਸ਼ਿਪਮੈਂਟ ਇਹਨਾਂ ਵਿੱਚ ਇੰਡੀਆ ਤੋਂ ਆਈ ਸੀ। ਬਾਅਦ ਦੇ ਵਿੱਚ ਮਾਰਚ ਦੇ ਵਿੱਚ ਸ਼ਿਪਮੈਂਟ ਜਿਹੜੀ ਆ ਯੂਨਾਈਟਿਡ ਸਟੇਟਸ ਤੋਂ ਵੀ ਆਈ ਸੀ 1.5 ਮਿਲੀਅਨ ਡੋਜ਼ਸ ਦੀ, ਤੇ ਇੱਕ ਸ਼ਿਪਮੈਂਟ ਇਹਨਾਂ ਦੇ ਕੋਲ 3 ਲੱਖ ਡੋਜ਼ਸ ਦੀ ਕੋਵੈਕਸ ਫੈਸਿਲਿਟੀ ਦੇ ਥਰੂ ਵੀ ਆਈ ਸੀ। ਕੋਵੈਕਸ ਫੈਸਿਲਿਟੀ ਉਹ ਫੈਸਿਲਿਟੀ ਆ ਜਿਹਦੇ ਵਿੱਚ ਡਿਵੈਲਪਡ ਕੰਟਰੀਜ਼ ਨੇ ਮਨੀ ਪੂਲ ਕੀਤੀ ਆ ਡਿਵੈਲਪਿੰਗ ਕੰਟਰੀਜ਼ ਦੀ ਮਦਦ ਕਰਨ ਦੇ ਲਈ ਤੇ ਆਪਣੇ ਲਈ। ਸੋ ਹੁਣ ਜਿਹੜੀ ਵੱਡੀ ਇੱਕ ਸ਼ਿਪਮੈਂਟ ਸੀ 1.5 ਮਿਲੀਅਨ ਡੋਜ਼ਸ ਦੀ ਉਹ ਨਹੀਂ ਆ ਰਹੀ। ਇਹਦਾ ਕਾਰਨ ਸਿੱਧੇ ਤੌਰ ਦੇ ਉੱਤੇ ਭਾਰਤ ਦੇ ਵਿੱਚ ਜੋ ਕੁਛ ਵਾਪਰ ਰਿਹਾ ਉਹ ਆ। ਤੇ ਪਰ ਇਹਦੇ ਨਾਲ ਇੱਕ ਗੱਲ ਜ਼ਰੂਰ ਆ ਕਿ ਕੈਨੇਡਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਐਸਟਰਾਜ਼ੈਨੇਕਾ ਵੈਕਸੀਨ ਦੇ ਨਾਲ ਜਿਹੜਾ ਰੇਅਰ ਬਲੱਡ ਕਲੌਟ ਸੀ ਉਹਦੇ ਮਸਲੇ ਸਾਹਮਣੇ ਆਏ ਸੀ। ਉਹਦੇ ਬਾਵਜੂਦ ਵੀ ਇਹਦਾ 55 ਸਾਲ ਤੋਂ ਉੱਪਰ ਉਮਰ ਵਾਲਿਆਂ ਨੂੰ ਰეკਮੈਂਡ ਕੀਤੀ ਗਈ ਸੀ। ਬਾਅਦ ਦੇ ਵਿੱਚ ਇਹਨੂੰ ਘਟਾ ਦਿੱਤਾ ਗਿਆ ਕਿ ਹੁਣ 40 ਸਾਲ ਵਾਲੇ ਵੀ ਲਵਾ ਸਕਦੇ ਆ। ਤੇ ਜਦੋਂ 40 ਸਾਲ ਦੀ ਉਮਰ ਤੱਕ ਇਹ ਸਾਰਾ ਕੁਝ ਗਿਆ ਤੇ ਉਹਦੇ ਤੋਂ ਬਾਅਦ ਲੋਕਾਂ ਦੇ ਵਿੱਚ ਡਿਮਾਂਡ ਬਹੁਤ ਵੱਧ ਗਈ। ਫਾਰਮੇਸੀਆਂ ਦੇ ਵਿੱਚ ਵੈਕਸੀਨ ਭੇਜੀ ਗਈ, ਉੱਥੋਂ ਲੋਕਾਂ ਨੇ ਬਹੁਤ ਲਵਾਈ। ਹੁਣ ਲੋਕ ਲਵਾਉਣ ਲਈ ਤਿਆਰ ਨੇ ਪਰ ਉੱਥੇ ਵੈਕਸੀਨ ਹੈ ਨਹੀਂ ਗੀ। ਉਹਦੇ ਨਾਲ ਐਸਟਰਾਜ਼ੈਨੇਕਾ ਦੀ ਡਿਮਾਂਡ ਵਧੀ। ਆਸ ਸੀਗੀ ਕਿ ਉਹ ਡਿਮਾਂਡ ਪੂਰੀ ਹੋ ਜਾਣੀ ਆ, ਪਰ ਇਹ ਕੁਦਰਤ ਦੀ ਕਰੋਪੀ ਇੰਡੀਆ ਦੇ ਉੱਤੇ ਇਸ ਵੇਲੇ ਜ਼ਿਆਦਾ ਕਹਿਰਵਾਨ ਆ। ਇਸ ਕਰਕੇ ਉੱਥੋਂ ਕੈਨੇਡਾ ਦੇ ਲਈ ਆਉਣ ਵਾਲੀ ਵੈਕਸੀਨ ਫਿਲਹਾਲ ਨਹੀਂ ਆ ਰਹੀ। ਆਉਣ ਵਾਲੇ ਸਮੇਂ ਵਿੱਚ ਆਸ ਕੀਤਾ ਜਾ ਰਿਹਾ ਕਿ ਜਲਦੀ ਸਾਰਾ ਕੁਝ ਠੀਕ ਹੋਵੇ, ਕੈਨੇਡਾ ਦੇ ਵਿੱਚ ਵੈਕਸੀਨ ਪਹੁੰਚੇ ਤੇ ਕੈਨੇਡਾ ਵਿੱਚ ਵੀ ਸਾਰਾ ਕੁਝ ਠੀਕ ਠਾਕ ਹੋਵੇ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।